ਪਿਆਰੇ ਸਾਥੀਓ ਤੇ ਵਿਦਿਆਰਥੀਓ, ਖਾਸ ਕਰਕੇ ਅਧਿਆਪਕ ਸਾਥੀਓ। ਅੱਜ ਹੀ ਇੱਕ ਅਧਿਆਪਕ ਸਾਥੀ ਨੇ ਮੈਨੂੰ ਸੁਨੇਹਾ ਭੇਜ ਕੇ ਇੱਕ ਖਦਸ਼ਾ ਜ਼ਾਹਰ ਕੀਤਾ, ਜਿਹੜਾ ਕਿ ਦਿੱਲੀ ਯੂਨੀਵਰਸਿਟੀ ਦੀ ਅਧਿਆਪਕ ਜਥੇਬੰਦੀ ਵੱਲੋਂ ਵੀ ਉਹ ਖਦਸ਼ਾ ਜ਼ਾਹਰ ਕੀਤਾ ਗਿਆ, ਜਿਸ ਦਾ ਸੰਬੰਧ ਕਰੋਨਾ ਵਾਇਰਸ ਦੇ ਨਾਲ ਜਿਹੜੀ ਇਸ ਸਮੇਂ ਜਨਤਕ ਤੌਰ ਤੇ ਰਾਜਕੀ ਤੌਰ ਤੇ ਲੜਾਈ ਚੱਲ ਰਹੀ ਆ, ਉਸ ਲੜਾਈ ਦੇ ਸਮੇਂ ਜਿਹੜੀ ਆਨਲਾਈਨ ਟੀਚਿੰਗ ਦਾ ਪ੍ਰਬੰਧ ਚਲਾਇਆ ਜਾ ਰਿਹਾ, ਉਸ ਨਾਲ ਸੰਬੰਧਿਤ ਖਦਸ਼ਾ ਹੈ। ਕਿਉਂਕਿ ਅਸੀਂ ਜਿਹੜੇ ਅਧਿਆਪਕ ਹਾਂ, ਇਸ ਸਮੇਂ ਬਹੁਤ ਸਾਰੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਨਾਲ ਸੰਪਰਕ ਬਣਾ ਕੇ ਰੱਖਣ ਵਾਸਤੇ ਕਈ ਤਰੀਕਿਆਂ ਦੀ ਵਰਤੋਂ ਕਰ ਰਹੇ ਹਾਂ। ਪੰਜਾਬੀ ਵਿਭਾਗ ਦੇ ਅਧਿਆਪਕ ਤੇ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਸਾਰੇ ਅਧਿਆਪਕ ਵੱਖ-ਵੱਖ ਤਰੀਕਿਆਂ ਨਾਲ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਨੇ। ਉਹਦੇ ਵਿੱਚ ਜ਼ੂਮ ਦੇ ਤਰੀਕੇ ਨਾਲ, ਗੂਗਲ ਕਲਾਸਰੂਮ ਦੇ ਤਰੀਕੇ ਦੇ ਨਾਲ, YouTube ਦੇ ਤਰੀਕੇ ਨਾਲ ਤੇ WhatsApp ਦੀ ਵਰਤੋਂ ਵੀ ਅਧਿਆਪਨ ਵਾਸਤੇ ਕੀਤੀ ਜਾ ਰਹੀ ਹੈ। ਇਸ ਗੱਲ ਨੂੰ ਲੈ ਕੇ ਕੁਝ ਅਧਿਆਪਕਾਂ ਨੇ ਭਾਰਤ ਦੇ ਵਿੱਚ ਖਦਸ਼ਾ ਜਤਾਇਆ ਕਿ ਇਸ ਤਰ੍ਹਾਂ ਨਾਲ ਭਵਿੱਖ ਦੇ ਵਿੱਚ ਜਿਹੜੀ ਅਧਿਆਪਨ ਦੀਆਂ ਅਸਾਮੀਆਂ ਨੇ, ਇਹਨਾਂ ਦੇ ਘਟਣ ਦੇ ਆਸਾਰ ਬਣਨਗੇ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਆਪਣੀਆਂ ਨੌਕਰੀਆਂ ਗਵਾ ਲੈਣਗੇ, ਕਿਉਂਕਿ ਇਹ ਜਿਹੜਾ ਇੱਕ ਬਦਲਵਾਂ ਪ੍ਰਬੰਧ ਬਣ ਜਾਏਗਾ, ਉਸ ਨਾਲ ਬਹੁਤ ਅਧਿਆਪਕਾਂ ਦੀ ਜ਼ਰੂਰਤ ਸ਼ਾਇਦ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਨਹੀਂ ਰਹੂਗੀ। ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਜਿਹੜਾ ਖਦਸ਼ਾ ਹੈ, ਇਸ ਕਰਕੇ ਉਹਨਾਂ ਨੇ ਇਸ ਅਧਿਆਪਨ ਦੇ ਤਰੀਕੇ ਦਾ ਵਿਰੋਧ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਨਾਲ ਨਹੀਂ ਪੜ੍ਹਾਵਾਂਗੇ। ਇਸ ਬਾਰੇ ਮੈਂ ਆਪਣੀ ਰਾਏ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਇਸ ਵੀਡੀਓ ਨੂੰ ਬਣਾ ਰਿਹਾ। ਮੇਰਾ ਨਿੱਜੀ ਤੌਰ 'ਤੇ ਸਮਝਣਾ ਇਹ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸੰਕਟ ਦਾ ਸਮਾਂ ਹੈ, ਜਿਸ ਵਿੱਚ ਅਧਿਆਪਕਾਂ ਦਾ ਵਿਦਿਆਰਥੀਆਂ ਨਾਲ ਰਾਬਤਾ ਬਣਿਆ ਰਹਿਣਾ ਜ਼ਰੂਰੀ ਹੈ। ਇਹ ਨਹੀਂ ਪਤਾ ਕਿ ਇਮਤਿਹਾਨ ਹੋਣੇ ਨੇ ਕਿ ਨਹੀਂ ਹੋਣੇ, ਪਰ ਜੇ ਇਮਤਿਹਾਨ ਹੁੰਦੇ ਨੇ ਤਾਂ ਵੀ ਤੇ ਜੇ ਨਹੀਂ ਹੁੰਦੇ ਤਾਂ ਵੀ ਸਾਡਾ ਅਧਿਆਪਕ ਹੋਣ ਦੇ ਨਾਤੇ ਫਰਜ਼ ਬਣਦਾ ਕਿ ਜਿਸ ਪਾਠਕ੍ਰਮ ਨੂੰ ਅਸੀਂ ਪੜ੍ਹਾ ਰਹੇ ਹਾਂ, ਉਹ ਪਾਠਕ੍ਰਮ, ਉਸ ਦਾ ਜਿਹੜਾ ਮੁਕੰਮਲ ਹਿੱਸਾ ਹੈਗਾ, ਉਹ ਵਿਦਿਆਰਥੀਆਂ ਤੱਕ ਅੱਪੜੇ। ਮੰਨ ਲਓ ਕੋਈ ਇਸ ਤਰ੍ਹਾਂ ਦਾ ਫੈਸਲਾ ਕਰ ਲਿਆ ਜਾਂਦਾ ਕਿ ਵਿਦਿਆਰਥੀਆਂ ਨੂੰ ਤੁਸੀਂ ਇਮਤਿਹਾਨ ਲਏ ਬਿਨਾਂ ਅਗਲੀਆਂ ਜਮਾਤਾਂ ਦੇ ਵਿੱਚ ਭੇਜ ਦੇਣਾ ਹੈ। ਜਿਵੇਂ ਬਹੁਤ ਵੱਡੇ ਕ੍ਰਾਈਸਿਸ ਦੇ ਸਮੇਂ, ਬਹੁਤ ਵੱਡੇ ਸੰਕਟ ਦੇ ਸਮੇਂ 1947 ਦੇ ਵਿੱਚ ਕੁਝ ਇਸ ਤਰ੍ਹਾਂ ਦਾ ਵਾਪਰਿਆ ਸੀ, ਤਾਂ ਕੀ ਅਸੀਂ ਅਫੋਰਡ ਕਰਦੇ ਹਾਂ ਕਿ ਉਹ ਬਿਨਾਂ ਕੁਝ ਸਿੱਖੇ ਹੀ ਅਗਲੀ ਜਮਾਤ ਦੇ ਵਿੱਚ ਚਲੇ ਜਾਣ, ਕਿ ਉਹ ਆਪਣੇ ਭਾਵੇਂ ਉਹਨਾਂ ਨੇ ਇਮਤਿਹਾਨ ਨਹੀਂ ਦਿੱਤਾ, ਪਰ ਇਹ ਨਾ ਹੋਵੇ ਕਿ ਉਹਨਾਂ ਨੂੰ ਆਪਣੇ ਸਾਲ ਦਾ, ਜਿਸ ਸਾਲ ਜਾਂ ਜਿਸ ਸਮੈਸਟਰ ਦੇ ਵਿੱਚੋਂ ਉਹਨਾਂ ਨੂੰ ਪਾਸ ਕੀਤਾ ਜਾਣਾ, ਉਸ ਸਮੈਸਟਰ ਦੇ ਪਾਠਕ੍ਰਮ ਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਉਹਨਾਂ ਨੂੰ ਆਉਣੀਆਂ ਚਾਹੀਦੀਆਂ ਸੀ, ਉਹਨਾਂ ਦੀ ਸਮਝ ਵਿੱਚ, ਉਹਨਾਂ ਦਾ ਸਮਝ ਦਾ, ਉਹਨਾਂ ਦੀ ਬੁੱਧੀ ਦਾ ਹਿੱਸਾ ਬਣਨੀਆਂ ਚਾਹੀਦੀਆਂ ਸੀ, ਉਹ ਚੀਜ਼ਾਂ ਜੇ ਉਹਨਾਂ ਦੀ ਸਮਝ ਦੇ ਵਿੱਚ ਨਹੀਂ ਜਾਂਦੀਆਂ ਤਾਂ ਸ਼ਾਇਦ ਵਧੇਰੇ ਨੁਕਸਾਨ ਹੋਵੇਗਾ, ਕਿਉਂਕਿ ਇਸ ਤਰ੍ਹਾਂ ਨਾਲ ਉਹ ਬਿਨਾਂ ਕੁਝ ਸਿੱਖੇ ਹੀ ਅਗਲੀ ਕਲਾਸ ਦੇ ਵਿੱਚ ਚਲੇ ਜਾਣਗੇ। ਉੱਥੇ ਦਿੱਕਤ ਆਊਗੀ ਕਿ ਉਸਦੇ ਅਗਲੇ ਜਿਹੜੇ ਬਹੁਤ ਸਾਰੇ ਵਿਸ਼ੇ ਹੋਣਗੇ, ਕਿਉਂਕਿ ਸਾਡਾ ਜਿਹੜਾ ਅਧਿਆਪਨ ਦੇ ਵਿੱਚ ਅਸੀਂ ਜਦੋਂ ਪਾਠਕ੍ਰਮ ਬਣਾਉਂਦੇ ਹਾਂ ਤਾਂ ਜ਼ਿਆਦਾਤਰ ਇਹ ਹੁੰਦਾ ਕਿ ਉਸ ਦੀ ਇੱਕ ਨਿਰੰਤਰਤਾ ਹੁੰਦੀ ਹੈ, ਕੰਟੀਨਿਊਟੀ ਹੁੰਦੀ ਹੈ। ਪਿਛਲੀਆਂ ਗੱਲਾਂ ਸਮਝ ਆਈਆਂ ਹੋਣ ਤਾਂ ਹੀ ਅਗਲੀਆਂ ਗੱਲਾਂ ਸਮਝ ਆਉਣਗੀਆਂ। ਇਸ ਲਈ ਮੈਨੂੰ ਜ਼ਰੂਰੀ ਲੱਗਦਾ ਕਿ ਜੇ ਇਮਤਿਹਾਨ ਹੋਣੇ ਵੀ ਨੇ ਤਾਂ ਵੀ, ਜੇ ਨਹੀਂ ਵੀ ਹੋਣੇ ਤਾਂ ਵੀ, ਤਾਂ ਉਹਨਾਂ ਦਾ ਜਿਹੜਾ ਸਾਡੀ ਜ਼ਿੰਮੇਵਾਰੀ ਉਹਨਾਂ ਦੇ ਪ੍ਰਤੀ ਬਣਦੀ ਹੈ, ਉਹਨਾਂ ਦੇ ਬੌਧਿਕ ਵਿਕਾਸ ਦੇ ਵਾਸਤੇ ਜੋ ਅਸੀਂ ਯੋਗਦਾਨ ਪਾਉਣਾ, ਉਹ ਸਾਨੂੰ ਕਿਸੇ ਵੀ ਤਰੀਕੇ ਨਾਲ ਉਸ ਨੂੰ ਪਾਉਣਾ ਚਾਹੀਦਾ। ਤਾਂ ਇਸ ਗੱਲ ਤੋਂ ਇਹਨਾਂ ਦਿਨਾਂ ਦੇ ਵਿੱਚ ਇਨਕਾਰ ਕਰਨਾ ਆਪਣੇ ਆਪ ਦੇ ਵਿੱਚ ਮੈਨੂੰ ਕੋਈ ਬਹੁਤੀ ਬਿਹਤਰ ਚੋਣ ਨਹੀਂ ਲੱਗਦੀ। ਮੈਨੂੰ ਲੱਗਦਾ ਕਿ ਅਧਿਆਪਕਾਂ ਨੂੰ ਆਪਣੀ ਪੂਰੀ ਜਿਹੜੀ ਊਰਜਾ ਹੈ ਉਹ ਇਸ ਪਾਸੇ ਲਾਉਣੀ ਚਾਹੀਦੀ ਹੈ ਕਿ ਆਪਣੇ ਵਿਦਿਆਰਥੀਆਂ ਨਾਲ ਸੰਪਰਕ ਰੱਖਣ, ਉਹਨਾਂ ਨੂੰ ਲਗਾਤਾਰ ਪੜ੍ਹਾਉਣ, ਉਹਨਾਂ ਦਾ ਮੁਲਾਂਕਣ ਵੀ ਜੇ ਕਰ ਸਕਦੇ ਨੇ ਤਾਂ ਮੁਲਾਂਕਣ ਵੀ ਕਰਨ। ਪਰ ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰ ਰਿਹਾ ਕਿ ਇਹ ਜਿਹੜਾ ਤਜਰਬਾ ਹੈਗਾ, ਇਸ ਦੇ ਵਿੱਚੋਂ ਵੀ ਕੁਛ ਬਿਹਤਰ ਚੀਜ਼ਾਂ ਸਾਹਮਣੇ ਆਈਆਂ ਨੇ। ਅਸੀਂ ਜੋ ਕੁਛ ਕਰ ਰਹੇ ਹਾਂ ਉਸ ਦੇ ਵਿੱਚ ਪੰਜਾਬੀ ਵਿਭਾਗ ਦਾ ਮੈਂ ਜੇ ਉਦਾਹਰਣ ਲੈਣਾ ਹੋਵੇ ਤਾਂ ਉਸ ਦੇ ਵਿੱਚ ਅਸੀਂ ਉਹਨਾਂ ਨੂੰ ਵੀਡੀਓ ਦੇ ਰਹੇ ਹਾਂ, ਉਹਨਾਂ ਨੂੰ ਬਹੁਤ ਸਾਰੇ ਲਿਖਤੀ ਨੋਟਸ ਦੇ ਰਹੇ ਹਾਂ, WhatsApp ਦੇ ਉੱਪਰ PDF ਜਿਹੜੀਆਂ ਹੈਗੀਆਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਉਸ ਤੋਂ ਬਾਅਦ 1 ਘੰਟਾ ਜਿਹੜਾ ਹੈਗਾ, ਲਗਭਗ ਹਰ ਅਧਿਆਪਕ ਆਪੋ ਆਪਣੇ ਸਮੇਂ ਦੇ ਮੁਤਾਬਕ ਵਿਦਿਆਰਥੀਆਂ ਦੇ ਨਾਲ ਲਾਈਵ ਹੋ ਕੇ ਉਹਨਾਂ ਨਾਲ WhatsApp ਚੈਟ ਕਰਦਾ, ਵੋਇਸ ਮੈਸੇਜ ਰਾਹੀਂ ਉਹ ਆਪਣੇ ਸਵਾਲ ਭੇਜਦੇ ਨੇ, ਲਿਖਤੀ ਰੂਪ ਦੇ ਵਿੱਚ ਵੀ ਸਵਾਲ ਭੇਜਦੇ ਨੇ, ਤੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜਾਂ ਆਵਾਜ਼ ਦੇ ਸੁਨੇਹੇ ਦੇ ਰਾਹੀਂ ਉਹਨਾਂ ਨੂੰ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ।
ਵਿਦਿਆਰਥੀ ਇਸ ਗੱਲੋਂ ਖੁਸ਼ੀ ਪ੍ਰਗਟ ਕਰ ਰਹੇ ਨੇ ਕਿ ਉਹਨਾਂ ਦੇ ਸਵਾਲ ਤੇ ਉਹਨਾਂ ਦੇ ਦਿੱਤੇ ਹੋਏ ਜਵਾਬ ਦਾ ਰਿਕਾਰਡ ਉਹਨਾਂ ਕੋਲ ਰਹਿ ਰਿਹਾ ਹੈ ਕਿ ਜੇ ਕੱਲ ਨੂੰ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੋਊਗੀ ਕਿਸੇ ਚੀਜ਼ ਨੂੰ ਦੁਬਾਰਾ ਤੋਂ ਸਮਝਣ ਦੀ, ਤਾਂ ਉਹ ਆਪਣੀ ਉਹੀ ਜਿਹੜੀ ਰਿਕਾਰਡਿੰਗ ਹੈਗੀ ਆ ਉਸ ਨੂੰ ਸੁਣ ਕੇ ਆਪਣੇ ਕੰਮ ਨੂੰ ਚਲਾ ਲੈਣਗੇ ਜਾਂ ਉਹਨਾਂ ਚੀਜ਼ਾਂ ਨੂੰ ਸਮਝ ਲੈਣਗੇ। ਇੱਕ ਤਾਂ ਇਹ ਦੌਰ ਹੈ। ਦੂਸਰੀ ਗੱਲ ਹੈ ਕਿ ਕੀ ਸੱਚੀ ਮੁੱਚੀ ਇਸ ਅਧਿਆਪਨ ਦੇ ਤਰੀਕੇ ਨੂੰ, ਜਿਹੜਾ ਆਨਲਾਈਨ ਤਰੀਕਾ ਹੈਗਾ ਜਿਹਦੇ ਵਿੱਚ ਬਹੁਤ ਸਾਰੀ ਸਮੱਗਰੀ ਸਾਡੇ ਕੋਲ ਵਿਜ਼ੂਅਲ ਫਾਰਮ ਦੇ ਵਿੱਚ ਸੰਭਾਲੀ ਹੋਈ ਮਿਲ ਜਾਊਗੀ, ਉਸ ਦੇ ਸੱਚੀ ਮੁੱਚੀ ਕੀ ਕੋਈ ਨੁਕਸਾਨ ਹੈਗੇ ਨੇ ਕਿ ਨਹੀਂ ਹੈਗੇ, ਇਸ ਬਾਰੇ ਸਾਨੂੰ ਸੱਚੀ ਵਿਚਾਰਨਾ ਚਾਹੀਦਾ। ਮੈਨੂੰ ਇਹ ਲੱਗਦਾ ਕਿ ਪਹਿਲੀ ਗੱਲ ਤਾਂ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਇਹ ਜਿਹੜੀ ਤਕਨਾਲੋਜੀ ਆ, ਇਸ ਤੋਂ ਬਿਨਾਂ ਹੁਣ ਸਾਡਾ ਕਿਸੇ ਵੀ ਸੂਰਤ ਦੇ ਵਿੱਚ ਗੁਜ਼ਾਰਾ ਨਹੀਂ ਹੋਣਾ। ਇਸ ਨੇ ਸਾਡੇ ਨਾਲ ਰਹਿਣਾ ਹੀ ਰਹਿਣਾ। ਇਸ ਨੇ ਸਾਡੇ ਜੀਵਨ ਦੇ ਬਾਕੀ ਖੇਤਰਾਂ ਦੇ ਵਾਂਗੂ ਅਧਿਆਪਨ ਦਾ ਹਿੱਸਾ ਵੀ ਇਸ ਨੇ ਬਣਨਾ ਹੀ ਬਣਨਾ, ਅਕਾਦਮਿਕਤਾ ਦਾ ਹਿੱਸਾ ਇਸ ਨੇ ਬਣਨਾ ਹੀ ਬਣਨਾ। ਤੇ ਇਸ ਲਈ ਇਸ ਦੇ ਵੱਲ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਅਸੀਂ ਕਹੀਏ ਕਿ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਹੋ ਜਾਊਗਾ। ਇਸ ਨੂੰ ਮੰਨ ਕੇ ਕਿ ਇਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ, ਅਗਲਾ ਮਹੱਤਵਪੂਰਨ ਸਵਾਲ ਇਹ ਹੈ ਕਿ ਫਿਰ ਤੁਸੀਂ ਇਸ ਦੀ ਵਰਤੋਂ ਕਿਸ ਰੂਪ ਦੇ ਵਿੱਚ ਕਰਨੀ ਹੈ। ਇੱਥੇ ਇਸ ਤੋਂ ਪਹਿਲਾਂ ਕਿ ਅਗਲੀ ਗੱਲ ਕਰੀਏ, ਮੈਨੂੰ ਲੱਗਦਾ ਕਿ ਇੱਕ ਚੀਜ਼ ਜ਼ਰੂਰ ਜਿਹੜੀ ਹੈਗੀ ਆ ਉਹ ਖਦਸ਼ਾ ਪ੍ਰਗਟ ਕਰਦੀ ਹੈ। ਜਿਹੜੀ ਅਕਾਦਮਿਕ ਤੌਰ ਤੇ ਜਿਹੜੀਆਂ ਖਾਸ ਕਰਕੇ ਨਿੱਜੀ ਖੇਤਰ ਦੀਆਂ ਯੂਨੀਵਰਸਿਟੀਆਂ ਨੇ, ਉਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਇਸ ਕਿਸਮ ਦਾ ਕੁਝ ਪ੍ਰਬੰਧ ਚੱਲ ਰਿਹਾ ਹੈ ਕਿ ਜਿਹੜੀ ਫੀਸ ਹੈ ਉਹ ਤਾਂ ਕਈ ਵਾਰ ਜਿਹੜੀਆਂ ਸਾਡੀਆਂ ਜਨਤਕ ਯੂਨੀਵਰਸਿਟੀਆਂ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਲਈ ਜਾਂਦੀ ਹੈ। ਤੇ ਉਹਦੇ ਵਿੱਚ ਪ੍ਰਤੀਬੱਧਤਾ ਇਹ ਹੁੰਦੀ ਹੈ ਕਿ ਤੁਹਾਨੂੰ ਫਲਾਂ ਜਿਹੜੇ ਅਧਿਆਪਕ ਨੇ, ਬਹੁਤ ਉੱਚ ਪੱਧਰ ਦੇ ਹੋਰਾਂ ਯੂਨੀਵਰਸਿਟੀਆਂ ਦੇ ਅਧਿਆਪਕ ਤੁਹਾਨੂੰ ਇੱਥੇ ਆ ਕੇ ਜਮਾਤਾਂ ਦੇ ਵਿੱਚ ਪੜ੍ਹਾਉਣਗੇ, ਪਰ ਉਹਨਾਂ ਨੂੰ ਮਹਿਜ ਜਿਹੜੀ ਈ ਸਮੱਗਰੀ ਹੈਗੀ ਆ, ਜਿਹੜੀ ਸੌਫਟ ਫਾਰਮ ਦੇ ਵਿੱਚ ਬਹੁਤ ਸਾਰੀ ਸਮੱਗਰੀ ਦੇ ਕੇ ਕੰਮ ਚਲਾ ਲਿਆ ਜਾਂਦਾ ਹੈ, ਉੱਥੇ ਅਧਿਆਪਕਾਂ ਦੀ ਭਰਤੀ ਮੁਕਾਬਲਤਨ ਘੱਟ ਕੀਤੀ ਜਾਂਦੀ ਹੈ। ਉੱਥੇ ਅਧਿਆਪਕ ਰੱਖੇ ਨਹੀਂ ਜਾਂਦੇ ਜਿੰਨੇ ਅਧਿਆਪਕਾਂ ਦੀ ਵਿਦਿਆਰਥੀਆਂ ਦੇ ਅਨੁਪਾਤ ਦੇ ਮੁਤਾਬਕ ਜ਼ਰੂਰਤ ਹੁੰਦੀ ਹੈ। ਉੱਥੇ ਪਹਿਲਾਂ ਹੀ ਇਸ ਗੱਲ ਦੇ ਵਿੱਚ ਮੁਸ਼ਕਿਲ ਚੱਲ ਰਹੀ ਹੈ। ਉਹ ਇਸ ਚੀਜ਼ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਅਧਿਆਪਕਾਂ ਨੂੰ ਭਰਤੀ ਕੀਤੇ ਬਿਨਾਂ ਹੀ ਇੱਧਰੋਂ ਉੱਧਰੋਂ ਜਿਹੜੀ ਸਮੱਗਰੀ ਹੈਗੀ ਆ ਉਹ ਇਕੱਠੀ ਕਰਕੇ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਂਦੇ ਨੇ। ਤੇ ਇਹ ਆਪਣੇ ਤਰ੍ਹਾਂ ਦੀ ਇੱਕ ਜਿਹੜੀ ਹੈਗੀ ਆ ਲੁੱਟ ਹੈ, ਇਹ ਸ਼ੋਸ਼ਣ ਹੈ ਜਿਹੜਾ ਵਿਦਿਆਰਥੀਆਂ ਦਾ ਹੋ ਰਿਹਾ। ਵੱਡੀਆਂ ਫੀਸਾਂ ਉਗਰਾ ਕੇ ਉਹਨਾਂ ਨੂੰ ਬਿਨਾਂ ਕਿਸੇ ਅਧਿਆਪਨ ਦਾ ਪ੍ਰਬੰਧ ਕੀਤੇ ਉਹਨਾਂ ਤੋਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ। ਇਸ ਤੋਂ ਬਿਨਾਂ ਜਦੋਂ ਅਸੀਂ ਜਨਤਕ ਯੂਨੀਵਰਸਿਟੀਆਂ ਦੀ ਗੱਲ ਕਰਦੇ ਹਾਂ, ਜਿਸ ਯੂਨੀਵਰਸਿਟੀ ਦੇ ਵਿੱਚ ਮੈਂ ਬੈਠਾ ਇੱਕ ਜਨਤਕ ਯੂਨੀਵਰਸਿਟੀ ਆ, ਸਟੇਟ ਯੂਨੀਵਰਸਿਟੀ ਆ, ਇਸ ਯੂਨੀਵਰਸਿਟੀ ਦੇ ਵਿੱਚ ਜਾਂ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਦੀ ਜੇ ਆਪਾਂ ਕਲਪਨਾ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਭਵਿੱਖ ਦੇ ਵਿੱਚ ਅਸੀਂ ਇਸ ਗੱਲ ਤੋਂ ਬਿਨਾਂ ਗੁਜ਼ਾਰਾ ਕਰ ਸਕਦੇ ਹਾਂ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਕਿਸਮ ਦੀ ਜਿਹੜੀ ਸਮੱਗਰੀ ਆ ਉਹ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਰਾਹੀਂ ਤੇ ਜਿਹੜੀ ਸਾਡੀ ਇਹ ਆਨਲਾਈਨ ਸਮੱਗਰੀ ਹੈਗੀ ਆ, ਇਹ ਉਹਨਾਂ ਕੋਲ ਉਪਲਬਧ ਸਾਨੂੰ ਕਰਵਾਉਣੀ ਚਾਹੀਦੀ ਹੈ ਤੇ ਕਰਵਾਉਣੀ ਪਊਗੀ। ਇਹਦੇ ਵਿੱਚ ਇੱਕ ਜਦੋਂ ਮੈਂ ਇਹ ਕੰਮ ਸ਼ੁਰੂ ਕਰਨ ਬਾਰੇ ਸੋਚਿਆ ਸੀ ਤਾਂ ਮੇਰਾ ਮੰਨਣਾ ਇਹ ਸੀ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਜਨਤਕ ਅਦਾਰਾ ਹੈ ਤੇ ਉੱਥੋਂ ਅਸੀਂ ਜਦੋਂ ਸਾਨੂੰ ਬਹੁਤ ਵੱਡੇ ਪੱਧਰ ਦੇ ਅਧਿਆਪਕਾਂ ਦੀ ਜਿਹੜੀ ਤਨਖਾਹ ਹੈਗੀ ਆ ਉਹ ਕਾਫੀ ਮਾਣਯੋਗ, ਇੱਜ਼ਤਯੋਗ ਤਨਖਾਹ ਮਿਲਦੀ ਹੈ ਤੇ ਜਨਤਕ ਖੇਤਰ 'ਚੋਂ ਆ ਰਹੀ ਹੈ। ਪਰ ਇਹ ਜਿਹੜੀ ਤਨਖਾਹ ਹੈਗੀ ਆ ਇਹ ਮਹਿਜ 25, 30 ਜਾਂ 50 ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ ਸਾਨੂੰ ਨਹੀਂ ਮਿਲਦੀ। ਯੂਨੀਵਰਸਿਟੀ ਦਾ ਅਦਾਰਾ ਬੁਨਿਆਦੀ ਤੌਰ ਤੇ ਗਿਆਨ ਦੇ ਉਤਪਾਦਨ ਦਾ ਅਦਾਰਾ ਹੁੰਦਾ ਤੇ ਗਿਆਨ ਦੇ ਉਤਪਾਦਨ ਤੋਂ ਬਾਅਦ ਗਿਆਨ ਦਾ ਸੰਚਾਰ ਦਾ ਜਿਹੜਾ ਕੰਮ ਹੈ ਉਹ ਯੂਨੀਵਰਸਿਟੀ ਦੇ ਜ਼ਿੰਮੇ ਲੱਗਦਾ ਹੈ। ਤਾਂ ਗਿਆਨ ਦੇ ਉਤਪਾਦਨ ਦੇ ਵਾਸਤੇ ਖੋਜ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਖੋਜ ਦੇ ਪੈਦਾ ਹੋਣ ਤੋਂ ਬਾਅਦ ਖੋਜ ਦਾ ਲੋਕਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੇ ਵਿੱਚ ਉਹ ਜਿਹੜੀ ਖੋਜ ਆ ਉਹ ਲੋਕਾਂ ਦੇ ਵਿੱਚ ਜਨਤਕ ਤੌਰ ਤੇ ਵਰਤੋਂਯੋਗ ਹੋਵੇ। ਉਸ ਗਿਆਨ ਦਾ ਲੋਕਾਂ ਦੇ ਨਾਲ ਇੱਕ ਰਾਬਤਾ ਬਣੇ। ਗਿਆਨ ਸਿਰਫ ਉਤਪੰਨ ਹੀ ਨਹੀਂ ਹੋਣਾ ਹੁੰਦਾ, ਗਿਆਨ ਨੇ ਲੋਕਾਂ ਤੱਕ ਪਹੁੰਚਣਾ ਵੀ ਹੁੰਦਾ, ਉਹਨਾਂ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਯੂਨੀਵਰਸਿਟੀਆਂ ਦੇ ਤੇ ਯੂਨੀਵਰਸਿਟੀਆਂ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਹੋਰ ਅਦਾਰੇ ਨੇ ਜਿਹੜੇ ਅਧਿਆਪਨ ਦਾ ਕੰਮ ਹੀ ਕਰਦੇ ਨੇ, ਜਿਹਦੇ ਵਿੱਚ ਖੋਜ ਜਿਹੜੀ ਦੁਜੈਲੀ ਚੀਜ਼ ਹੈ, ਅਧਿਆਪਨ ਪ੍ਰਮੁੱਖ ਚੀਜ਼ ਹੈ, ਉਹਨਾਂ ਨੇ ਗਿਆਨ ਦਾ ਸੰਚਾਰ ਕਰਨਾ ਹੁੰਦਾ। ਤਾਂ ਮੈਨੂੰ ਲੱਗਦਾ ਕਿ ਇਹ ਮਾਧਿਅਮ ਵਰਤ ਕੇ ਅਸੀਂ ਮਹਿਜ 50, 60 ਜਾਂ 100 ਵਿਦਿਆਰਥੀਆਂ ਤੱਕ ਆਪਣੇ ਗਿਆਨ ਨੂੰ ਪਹੁੰਚਾਉਣ ਦੇ ਨਾਲ ਨਾਲ ਇੱਕ ਵੱਡੇ ਖੇਤਰ ਦੇ ਵਿੱਚ ਉਸ ਗਿਆਨ ਨੂੰ ਸਾਂਝਾ ਕਰ ਸਕਦੇ ਹਾਂ। ਪੰਜਾਬੀ ਦੀ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਆ ਉਸ ਨੂੰ ਅਸੀਂ ਇਹ ਸਾਰਾ ਗਿਆਨ ਜਿਹੜਾ ਹੈਗਾ ਉਹ ਸਾਂਝਾ ਕਰ ਸਕਦੇ ਹਾਂ। ਜੋ ਵੀ ਗਿਆਨ ਦੁਨੀਆ ਵਿੱਚ ਉਪਲਬਧ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਉਪਲਬਧ ਹੋਵੇ ਤਾਂ ਇਹ ਪੰਜਾਬੀ ਕਮਿਊਨਿਟੀ ਦੇ ਵਾਸਤੇ, ਪੰਜਾਬੀ ਕੌਮੀਅਤ ਦੇ ਵਾਸਤੇ ਇੱਕ ਜ਼ਰੂਰੀ, ਇੱਕ ਲਾਹੇਵੰਦੀ ਚੀਜ਼ ਹੋਊਗੀ।
ਜਦੋਂ ਅਸੀਂ ਇਸ ਦੀ ਕਲਪਨਾ ਵਿਭਾਗ ਦੇ ਵਿੱਚ ਕੀਤੀ ਤਾਂ ਇਹ ਸੀ ਕਿ ਬਹੁਤ ਸਾਰੇ ਕਾਲਜਾਂ ਦੇ ਜਿਹੜੇ ਵਿੱਚ ਵਿਦਿਆਰਥੀ ਪੜ੍ਹਦੇ ਨੇ ਉਹ ਸਿਰਫ ਆਪਣੀ ਮਰਜ਼ੀ ਕਰਕੇ ਹੀ ਕਾਲਜ ਦੇ ਵਿੱਚ ਨਹੀਂ ਪੜ੍ਹ ਰਹੇ ਹੁੰਦੇ, ਉਹ ਯੂਨੀਵਰਸਿਟੀ ਦੇ ਵਿੱਚ ਕਈ ਕਾਰਨਾਂ ਕਰਕੇ ਆਉਣ ਦੇ ਯੋਗ ਨਹੀਂ ਹੁੰਦੇ। ਯੋਗ ਕਹਿਣ ਦਾ ਮਤਲਬ ਹੈ ਉਹਨਾਂ ਕੋਲ ਉਹਨਾਂ ਦੀ ਆਰਥਿਕ ਕਈ ਵਾਰ ਸਮਰੱਥਾ ਨਹੀਂ ਹੁੰਦੀ, ਕਈ ਵਾਰ ਪਰਿਵਾਰਕ ਸਥਿਤੀਆਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਉਹ ਆਪਣੇ ਘਰ ਤੋਂ ਦੂਰ ਨਹੀਂ ਜਾ ਸਕਦੇ ਹੁੰਦੇ। ਖਾਸ ਕਰਕੇ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਹਾਲੇ ਵੀ ਘਰ ਤੋਂ ਬਾਹਰ ਭੇਜਣ ਦੇ ਵਿੱਚ ਜਿਹੜੀ ਹੈਗੀ ਹੈ ਝਿਜਕ ਹੁੰਦੀ ਹੈ, ਦੂਰ ਭੇਜਣ ਦੇ ਵਿੱਚ ਝਿਜਕ ਹੁੰਦੀ ਹੈ। ਤੇ ਫਿਰ ਦੂਰ ਭੇਜ ਕੇ ਵੀ ਜਦੋਂ ਪੰਜਾਬੀ ਯੂਨੀਵਰਸਿਟੀ ਵਰਗੇ ਅਦਾਰੇ ਦੇ ਵਿੱਚ ਇੱਥੇ ਬੱਚਿਆਂ ਨੂੰ ਹੋਸਟਲ ਵੀ ਨਹੀਂ ਮਿਲਦੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਹੋਰ ਵਿਦਿਆਰਥੀਆਂ ਦੀਆਂ ਵੱਧ ਜਾਂਦੀਆਂ ਨੇ, ਜਿਸ ਕਰਕੇ ਉਹ ਕਿਉਂਕਿ ਖਰਚੇ ਜਿਹੜੇ ਹੈਗੇ ਨੇ ਬਾਹਰ ਰਹਿਣ ਦੇ ਨਹੀਂ ਕਰ ਸਕਦੇ ਹੁੰਦੇ, ਫਿਰ ਉਹ ਯੂਨੀਵਰਸਿਟੀ ਦੀ ਬਜਾਏ ਕਿਤੇ ਨੇੜੇ ਤੇੜੇ ਦੇ ਕਿਸੇ ਕਾਲਜ ਦੇ ਵਿੱਚ, ਉਹ ਭਾਵੇਂ ਪ੍ਰਾਈਵੇਟ ਕਾਲਜ ਹੋਵੇ, ਭਾਵੇਂ ਸਰਕਾਰੀ ਹੋਵੇ, ਭਾਵੇਂ ਉਹ ਸਰਕਾਰ ਦੁਆਰਾ ਇਮਦਾਦ ਪ੍ਰਾਪਤ ਕਾਲਜ ਹੋਵੇ, ਕਿਸੇ ਨਾ ਕਿਸੇ ਉਸ ਕਾਲਜ ਦੇ ਵਿੱਚ ਜਿਹੜਾ ਵੀ ਉਹਨਾਂ ਦੇ ਖੇਤਰ ਦੇ ਵਿੱਚ ਹੈਗਾ ਉਸ ਦੇ ਵਿੱਚ ਉਹ ਦਾਖਲਾ ਲੈਂਦੇ ਨੇ ਤੇ ਉੱਥੇ ਪੜ੍ਹਦੇ ਨੇ। ਤੇ ਮੇਰੇ ਦੇਖਣ ਦੇ ਵਿੱਚ ਆਇਆ ਯੂਨੀਵਰਸਿਟੀ ਦਾ ਅਧਿਆਪਕ ਹੋਣ ਦੇ ਨਾਤੇ ਕਿ ਬਹੁਤ ਵਾਰ ਉਹਨਾਂ ਕਾਲਜਾਂ ਦੇ ਵਿੱਚ ਜਿੱਥੇ ਖਾਸ ਕਰਕੇ MA ਸ਼ੁਰੂ ਕੀਤੀ ਗਈ ਆ, ਉਸ ਪੱਧਰ ਦਾ ਸਟਾਫ ਉਹਨਾਂ ਕੋਲ ਨਹੀਂ ਹੁੰਦਾ। ਕਈ ਸਾਰੇ ਕਾਰਨ ਹੁੰਦੇ ਹੈਗੇ ਨੇ ਜਿਨ੍ਹਾਂ ਕਰਕੇ ਕਾਲਜ ਜਿਹੜੇ ਨੇ ਉਹ MA ਸ਼ੁਰੂ ਕਰ ਲੈਂਦੇ ਨੇ, ਪਰ MA ਸ਼ੁਰੂ ਕਰਨ ਵਾਸਤੇ ਨਾ ਉਹਨਾਂ ਕੋਲ ਲਾਇਬ੍ਰੇਰੀ ਬਹੁਤ ਜ਼ਿਆਦਾ ਭਰਪੂਰ ਹੁੰਦੀ ਹੈ, ਜਾਂ ਵਿਦਿਆਰਥੀਆਂ ਦੀਆਂ ਜਿਹੜੀਆਂ ਪੋਸਟ ਗ੍ਰੈਜੂਏਟ ਵਿਦਿਆਰਥੀ ਨੇ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਕਾਫੀ ਹੁੰਦੀ ਹੈ, ਨਾ ਉਹਨਾਂ ਕੋਲ ਅਧਿਆਪਨ ਅਮਲਾ ਹੁੰਦਾ ਜਿਹੜਾ ਅਮਲਾ ਪੋਸਟ ਗ੍ਰੈਜੂਏਟ ਕਲਾਸਾਂ ਨੂੰ ਹੈਂਡਲ ਕਰ ਸਕਦਾ ਹੋਵੇ, ਉਹਨਾਂ ਨੂੰ ਪੜ੍ਹਾ ਸਕਦਾ ਹੋਵੇ। ਕਿਉਂਕਿ ਪੋਸਟ ਗ੍ਰੈਜੂਏਟ ਕਲਾਸ ਨੂੰ ਪੜ੍ਹਾਉਣ ਦਾ ਮਤਲਬ ਹੈ ਕਿ ਤੁਸੀਂ ਖੁਦ ਅਧਿਐਨ ਦੇ ਨਾਲ ਲਗਾਤਾਰ ਜੁੜੇ ਹੋਵੋ, ਤਾਂ ਬਹੁਤ ਵਾਰ ਇਸ ਤਰ੍ਹਾਂ ਦਾ ਜਿਹੜਾ ਸਟਾਫ ਹੈ ਉੱਥੇ ਉਪਲਬਧ ਨਹੀਂ ਹੁੰਦਾ। ਕਈ ਕਾਲਜਾਂ ਦੇ ਵਿੱਚ ਤਾਂ ਸਟਾਫ ਹੁੰਦਾ ਹੀ ਨਹੀਂ। ਜਿਹੜੇ ਬਿਲਕੁਲ ਨਿੱਜੀ ਖੇਤਰ ਦੇ ਕੰਮ ਕਰ ਰਹੇ, ਜਿਹੜੇ ਨਿੱਜੀ ਖੇਤਰ ਦੇ ਵਿੱਚ ਕਾਲਜ ਖੁੱਲ੍ਹੇ ਹੋਏ ਨੇ, ਜਿਹਨੂੰ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਵਿੱਦਿਆ ਦੇ ਨਾਮ ਦੇ ਉੱਪਰ ਦੁਕਾਨਾਂ ਚੱਲ ਰਹੀਆਂ ਨੇ, ਉਹਨਾਂ ਦੇ ਕੋਲ ਤਾਂ ਬਿਲਕੁਲ ਹੀ ਸਟਾਫ ਨਹੀਂ ਹੁੰਦਾ। ਤਾਂ ਉਹ ਜਿਹੜੇ ਉੱਥੇ ਵਿਦਿਆਰਥੀ ਦਾਖਲਾ ਲੈਂਦੇ ਨੇ, ਉੱਥੇ ਫੀਸਾਂ ਵੀ ਤਾਰਦੇ ਨੇ, ਪਰ ਉੱਥੇ ਕੁਝ ਵੀ ਉਹਨਾਂ ਕੋਲ ਪੜ੍ਹਨ ਪੜ੍ਹਾਉਣ ਨੂੰ ਨਹੀਂ ਹੈਗਾ। ਸਾਡੇ ਜਿਹੜਾ ਟਾਰਗੇਟ ਹੈ, ਜਿਹੜਾ ਸਾਡਾ ਜਿੱਥੇ ਪਹੁੰਚਣ ਦਾ ਸਾਡਾ ਮਕਸਦ ਹੈ, ਉਹ ਹਰ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀ ਤੱਕ ਪਹੁੰਚਣ ਦਾ ਮਕਸਦ ਹੈ। ਉਹ ਕਿਸੇ ਵੀ ਕਾਲਜ, ਕਿਸੇ ਵੀ ਥਾਂ ਤੇ ਉੱਪਰ, ਕਿਸੇ ਵੀ ਯੂਨੀਵਰਸਿਟੀ 'ਚ ਪੜ੍ਹ ਰਿਹਾ ਹੋਵੇ, ਤਾਂ ਯੂਨੀਵਰਸਿਟੀਆਂ ਦੇ ਆਪਸ ਦੇ ਵਿੱਚ ਵੀ ਜਿਹੜਾ ਗਿਆਨ ਹੈ ਉਹਦੇ ਆਦਾਨ ਪ੍ਰਦਾਨ ਦੇ ਵਾਸਤੇ ਇਹ ਤਰੀਕਾ ਸਾਨੂੰ ਬਿਹਤਰ ਲੱਗਿਆ ਕਿ ਇਸ ਤਰੀਕੇ ਨਾਲ ਅਸੀਂ ਆਪਣਾ ਗਿਆਨ ਹੈ ਉਹ ਦੂਜਿਆਂ ਨਾਲ ਸਾਂਝਾ ਕਰ ਸਕਦੇ ਹਾਂ। ਜਿਹੜੀ ਪਾਠ ਸਮੱਗਰੀ ਹੈਗੀ ਆ, ਉਹ ਪਾਠ ਸਮੱਗਰੀ ਜਿਹੜੀ ਉੱਚ ਪਾਏ ਦੀ ਪਾਠ ਸਮੱਗਰੀ ਅਸੀਂ ਉਹ ਪੈਦਾ ਵੀ ਕਰੀਏ, ਤੇ ਉਹ ਤਮਾਮ ਕਿਸਮ ਦੇ ਜਿੰਨੇ ਵੀ ਲੋਕ ਇਸ ਵਿੱਚ ਦਿਲਚਸਪੀ ਰੱਖਦੇ ਨੇ, ਸਾਹਿਤ ਵਿੱਚ ਦਿਲਚਸਪੀ ਰੱਖਦੇ ਨੇ, ਸਾਹਿਤ ਨਾਲ ਜੁੜੇ ਹੋਏ ਹੋਰ ਮੁੱਦਿਆਂ ਦੇ ਵਿੱਚ ਦਿਲਚਸਪੀ ਰੱਖਦੇ ਨੇ, ਲੋਕ ਜੀਵਨ 'ਚ ਦਿਲਚਸਪੀ ਰੱਖਦੇ ਨੇ, ਸੱਭਿਆਚਾਰ 'ਚ ਦਿਲਚਸਪੀ ਰੱਖਦੇ ਨੇ, ਲਿਖਣ ਵਾਲੇ ਜਿਹੜੇ ਲੋਕ ਨੇ, ਲੇਖਕ ਨੇ, ਕਵੀ ਨੇ, ਉਹ ਵੀ, ਤੇ ਜਿਹੜੇ ਪੜ੍ਹਨ ਵਾਲੇ ਨੇ ਉਹ ਵੀ, ਸਾਰੇ ਹੀ ਜਿਹੜੇ ਇਸ ਸਮੱਗਰੀ ਵਿੱਚ ਦਿਲਚਸਪੀ ਰੱਖਦੇ ਨੇ, ਉਹਨਾਂ ਨੂੰ ਉੱਚ ਪਾਏ ਦੀ ਸਮੱਗਰੀ ਉਹਨਾਂ ਤੱਕ ਪਹੁੰਚਾਈ ਜਾਵੇ, ਤਾਂ ਕਿ ਜਿਹੜਾ ਸਥਾਨ ਦੇ ਨਾਲ ਜੁੜੀ ਹੋਈ ਇੱਕ ਲਿਮਿਟੇਸ਼ਨ, ਇੱਕ ਸੀਮਾ ਹੈ ਕਿ ਤੁਸੀਂ ਆਪਣੇ ਇਸ ਸਥਾਨ ਤੋਂ ਦੂਰ ਨਹੀਂ ਜਾ ਸਕਦੇ, ਉਸ ਨੂੰ ਉਲੰਘਣ ਦੇ ਵਾਸਤੇ ਸਾਡੇ ਕੋਲ ਇਹ ਜਿਹੜੀ ਤਕਨਾਲੋਜੀ ਆ ਉਹ ਮਦਦਗਾਰ ਹੋ ਰਹੀ ਹੈ। ਤਾਂ ਅਸੀਂ ਇਸ ਮਕਸਦ ਨਾਲ ਇਹ ਸਾਰਾ ਕੁਝ ਸ਼ੁਰੂ ਕੀਤਾ। ਇਹਦੇ ਵਿੱਚੋਂ ਇੱਕ ਹੋਰ ਸਵਾਲ ਵੀ ਖੜਾ ਹੋਇਆ ਕਿ ਵਿਦਿਆਰਥੀ ਜਿਹੜੇ ਨੇ ਉਹ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ। ਇਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਹੈ ਜਿਸ ਤੋਂ ਇਨਕਾਰ ਨਹੀਂ ਕਰ ਸਕਦੇ। ਇੱਕ ਉਹ ਵਿਦਿਆਰਥੀ ਜਿਨ੍ਹਾਂ ਦੇ ਕੋਲ ਸਾਰੇ ਸਾਧਨ ਹੈਗੇ ਨੇ, ਉਹਨਾਂ ਦੇ ਕੋਲ ਸਮਾਰਟਫੋਨ ਨੇ, ਉਹ ਸਮਾਰਟਫੋਨਾਂ ਦੀ ਮਦਦ ਨਾਲ ਇਸ ਤਰ੍ਹਾਂ ਦੀ ਸਮੱਗਰੀ ਦੀ ਵਰਤੋਂ ਬਿਨਾਂ ਸ਼ੱਕ ਕਰ ਸਕਦੇ ਨੇ। ਕੁਝ ਵਿਦਿਆਰਥੀ ਇਹਨਾਂ ਦੇ ਵਿੱਚੋਂ ਵੀ ਹੋਣਗੇ ਜਿਨ੍ਹਾਂ ਕੋਲ ਹਲੇ ਨੈਟ ਪੈਕ ਉਹਨਾਂ ਦੇ ਮੁੱਕ ਗਏ ਨੇ ਤੇ ਨੈਟ ਪੈਕ ਨਹੀਂ ਮਿਲ ਰਹੇ, ਪਰ ਇਹ ਆਨਲਾਈਨ ਨੈਟ ਪੈਕ ਸਾਰਾ ਕੁਝ ਇਹ ਪੈ ਜਾਂਦਾ, ਇਹ ਕੋਈ ਐਡੀ ਮੁਸ਼ਕਲ ਵਾਲੀ ਚੀਜ਼ ਨਹੀਂ। ਨੈਟ ਪੈਕ ਪਾਉਣ ਵਾਸਤੇ ਦੁਕਾਨ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਪਰ ਫਿਰ ਵੀ ਕਿਤੇ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਕਿ ਉੱਥੇ ਜੀ ਜਿਹੜਾ ਹੈਗਾ ਨੈਟ ਹੈ ਉਹ ਠੀਕ ਤਰੀਕੇ ਨਾਲ ਪਿੰਡਾਂ ਵਿੱਚ ਨਹੀਂ ਉਪਲਬਧ ਹੈਗਾ, ਨਹੀਂ ਚੱਲਦਾ, ਤਾਂ ਕੁਝ ਮੁਸ਼ਕਲਾਂ ਆ ਰਹੀਆਂ ਨੇ। ਤਾਂ ਉਹਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਉਹਨਾਂ ਵਿਦਿਆਰਥੀਆਂ ਦਾ ਹੋ ਰਿਹਾ, ਜਿਹੜੇ ਵਿਦਿਆਰਥੀ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹੈਗੇ, ਜਿਨ੍ਹਾਂ ਕੋਲ ਜਿਹੜਾ ਉਹ ਫੋਨ ਨਹੀਂ, ਜਿਹਦੇ ਕੋਲ ਇੰਟਰਨੈਟ ਚੱਲ ਸਕਦਾ ਹੋਵੇ, ਤਾਂ ਜ਼ਾਹਿਰ ਹੈ ਕਿ ਉਹ ਇਸ ਸਮੱਗਰੀ ਦਾ ਲਾਭ ਨਹੀਂ ਉਠਾ ਪਾ ਰਹੇ। ਇਸ ਗੱਲ ਨੂੰ ਠੀਕ ਕਰਨ ਵਾਸਤੇ ਸਾਨੂੰ ਜ਼ਰੂਰ ਭਵਿੱਖ ਦੇ ਵਿੱਚ ਸੋਚਣਾ ਪਊਗਾ। ਪਰ ਮੈਨੂੰ ਇਸ ਦੇ ਬਾਰੇ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਜਦੋਂ ਜਿੱਥੇ ਸਮੱਗਰੀ ਪੈਦਾ ਹੋ ਰਹੀ ਹੈ, ਉਸ ਵੱਲ ਵਿਦਿਆਰਥੀਆਂ ਦੀ ਖਿੱਚ ਦੇ ਵਿੱਚ ਵਾਧਾ ਹੋਊਗਾ। ਜਿੱਥੇ ਇਹ ਸਮੱਗਰੀ ਪੈਦਾ ਨਹੀਂ ਹੋ ਰਹੀ, ਲਾਜ਼ਮੀ ਤੌਰ ਤੇ ਉਹਦੇ ਵੱਲ ਆਕਰਸ਼ਣ ਜਿਹੜਾ ਹੈਗਾ ਮੁਕਾਬਲਤਨ ਘਟੂਗਾ। ਮੇਰੀ ਆਪਣੀ ਸਮਝ ਹੈ ਕਿ ਅਗਲੇ ਵਾਰ ਜਦੋਂ ਦਾਖਲੇ ਹੋਣਗੇ ਤਾਂ ਉਹਨਾਂ ਥਾਵਾਂ ਵੱਲ ਉਹ ਵਿਦਿਆਰਥੀ ਜਾਣਗੇ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਨੂੰ ਪੜ੍ਹਨ ਵਾਸਤੇ ਉਸ ਥਾਂ ਤੇ ਹੋਣਾ ਚਾਹੀਦਾ ਜਿੱਥੇ ਗਿਆਨ ਦਾ ਉਤਪਾਦਨ ਹੁੰਦਾ ਹੈ, ਗਿਆਨ ਦੀ ਸਮੱਗਰੀ ਜਿੱਥੇ ਪੈਦਾ ਹੁੰਦੀ ਹੈ, ਉਹਨਾਂ ਥਾਵਾਂ ਵੱਲ ਉਹ ਖਿੱਚੇ ਜਾਣਗੇ।
ਮੇਰਾ ਇੱਕ ਅੰਦਾਜ਼ਾ ਇਹ ਵੀ ਹੈ ਕਿ ਅਗਲੀ ਵਾਰ ਜਦੋਂ ਦਾਖਲੇ ਹੋਣਗੇ ਯੂਨੀਵਰਸਿਟੀਆਂ ਦੇ ਵਿੱਚ ਤਾਂ ਉਹਨਾਂ ਕਾਲਜਾਂ ਦੇ ਵਿੱਚ, ਉਹਨਾਂ ਵਿਭਾਗਾਂ ਦੇ ਵਿੱਚ ਵੱਧ ਦਾਖਲੇ ਹੋਣਗੇ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ ਦੇ ਅਧਿਆਪਕ ਹੋਣਗੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਾਸਤੇ ਵਿਆਪਕ ਤੌਰ ਤੇ ਗਿਆਨ ਦਾ ਉਤਪਾਦਨ ਕਰਨ ਦੇ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕ ਹੋਣਗੇ। ਇਸ ਤਰ੍ਹਾਂ ਦਾ ਮੇਰਾ ਮੰਨਣਾ ਹੈਗਾ ਕਿ ਇਹ ਠੀਕ ਹੈ ਕਿ ਹਾਲ ਦੀ ਘੜੀ ਉਹ ਵਿਦਿਆਰਥੀ ਨੁਕਸਾਨ ਦੇ ਵਿੱਚ ਹੈ, ਪਰ ਉਸ ਵਿਦਿਆਰਥੀ ਤੱਕ ਜਾਣਕਾਰੀ ਪਹੁੰਚ ਰਹੀ ਹੈ ਕਿ ਕੀ ਚੀਜ਼ ਕਿੱਥੇ ਕਿੱਥੇ ਹੋ ਰਹੀ ਹੈ, ਤਾਂ ਉਸ ਗੱਲ ਵੱਲ ਜਿਹੜੇ ਅਧਿਆਪਕ ਵਿਦਿਆਰਥੀ ਨੇ ਉਹ ਖਿੱਚੇ ਜਾਣਗੇ। ਤਾਂ ਜਿਹੜਾ ਇਹ ਨੌਕਰੀਆਂ ਦੇ ਘਟਣ ਦਾ ਸਵਾਲ ਹੈ, ਇਸ ਬਾਰੇ ਮੈਨੂੰ ਇਹ ਲੱਗਦਾ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਕਮੀ ਜਿੰਨੀ ਕੁ ਆ ਚੁੱਕੀ ਹੈ, ਇਸ ਤੋਂ ਜ਼ਿਆਦਾ ਕਮੀ ਅਗਲੇ ਸਾਲਾਂ ਦੇ ਵਿੱਚ ਆਉਣ ਵਾਲੀ ਨਹੀਂ ਹੈਗੀ। ਵਿਦਿਆਰਥੀਆਂ ਦੀ ਅਦਲਾ ਬਦਲੀ ਜ਼ਰੂਰ ਹੋਊਗੀ, ਪਰ ਇੱਕ ਗੰਭੀਰ ਵਿਦਿਆਰਥੀ ਉਹਨਾਂ ਕੇਂਦਰਾਂ ਵੱਲ ਜ਼ਰੂਰ ਜਾਊਗਾ ਜਿਨ੍ਹਾਂ ਕੇਂਦਰਾਂ ਦੇ ਵਿੱਚ ਗਿਆਨ ਉਤਪਾਦਨ ਦੀਆਂ ਸੰਭਾਵਨਾਵਾਂ ਵਧੇਰੇ ਹੋਣਗੀਆਂ। ਇਹਦੇ ਵਿੱਚ ਇੱਕ ਸਿਰਫ ਮੁਸ਼ਕਿਲ ਆ ਜਾਂਦੀ ਹੈ ਕਿ ਅਸੀਂ ਉਹਨਾਂ ਸੰਸਥਾਵਾਂ ਦੀ ਮਦਦ ਵੀ ਕਰ ਰਹੇ ਹਾਂ ਜਿਨ੍ਹਾਂ ਕੋਲ ਅਧਿਆਪਕ ਨਹੀਂ ਹੈਗੇ, ਉਹਨਾਂ ਨੂੰ ਆਪਣੀ ਦੁਕਾਨਦਾਰੀ ਚੱਲਦੇ ਰੱਖਣ ਵਾਸਤੇ ਵੀ ਮਦਦ ਕਰ ਰਹੇ ਹਾਂ। ਇਸ ਗੱਲ ਦਾ ਵੀ ਖਦਸ਼ਾ ਮਨ ਦੇ ਵਿੱਚ ਉੱਠਦਾ ਹੈ। ਪਰ ਮੈਂ ਸੋਚਦਾ ਕਿ ਜਿਹੜਾ ਬੰਦਾ ਉੱਥੇ ਚਲਾ ਗਿਆ ਪੜ੍ਹਨ ਵਾਸਤੇ, ਉਹ ਭਾਵੇਂ ਉਸਨੇ ਪੈਸੇ ਦੇ ਦਿੱਤੇ ਨੇ, ਉਹ ਉਹਨਾਂ ਦੇ ਵਾਸਤੇ ਮੁਨਾਫਾ ਪੈਦਾ ਕਰ ਰਿਹਾ, ਪਰ ਉਹ ਇੱਕ ਇਨਸਾਨ, ਇੱਕ ਪੰਜਾਬੀ ਹੋਣ ਦੇ ਨਾਤੇ ਉਹ ਜੇ ਬਿਨਾਂ ਪੜ੍ਹੇ ਲਿਖੇ, ਬਿਨਾਂ ਉੱਚ ਪਾਏ ਦੀ ਸਮੱਗਰੀ ਦੇ ਨਾਲ ਜੁੜੇ ਉਹ ਆਪਣੀ ਡਿਗਰੀ ਕਰ ਜਾਂਦਾ, ਤਾਂ ਠੀਕ ਹੈ ਕਿ ਉਸ ਦੇ ਵਿੱਚੋਂ ਮੁਨਾਫਾ ਲਿਆ ਜਾ ਚੁੱਕਿਆ, ਪਰ ਉਸ ਦਾ ਜਿਹੜਾ ਕੁੱਲ ਮਿਲਾ ਕੇ ਨੁਕਸਾਨ ਹੋਣਾ ਉਹ ਸਾਡੀ ਪੰਜਾਬੀ ਸਮਝਦਾਰੀ ਨੂੰ ਹੋਣਾ, ਪੰਜਾਬੀ ਬੌਧਿਕਤਾ ਨੂੰ ਹੋਣਾ। ਇੱਕ ਵਿਦਿਆਰਥੀ ਉਸਨੇ ਉੱਥੇ ਰਹਿੰਦਿਆਂ ਹੋਇਆਂ ਜੇ ਸਮੱਗਰੀ ਨਹੀਂ ਵੀ ਮਿਲਦੀ, ਉੱਥੇ ਉਸਨੇ ਰਹਿ ਕੇ ਆਪਣੀ ਪ੍ਰੀਖਿਆ ਦੇ ਵਾਸਤੇ ਤਿਆਰੀ ਕਰ ਲੈਣੀ ਹੈ ਤੇ ਉਸਨੇ ਪਾਸ ਹੋ ਜਾਣਾ ਹੈ। ਉਸਨੇ ਹੌਲੀ ਹੌਲੀ ਕਿਤੇ ਨਾ ਕਿਤੇ ਜਾ ਕੇ ਅਧਿਆਪਨ ਦੇ ਵਿੱਚ ਵੀ ਆ ਜਾਣਾ ਹੈ। ਤਾਂ ਉੱਥੇ ਕਿਸੇ ਨੇ ਨਹੀਂ ਪੁੱਛਣਾ ਕਿ ਤੁਸੀਂ ਕਿਸੇ ਦੇ ਮੁਨਾਫੇ ਦਾ ਸਰੋਤ ਬਣ ਕੇ ਪੜ੍ਹ ਕੇ ਆਏ ਹੋ ਕਿ ਜਾਂ ਤੁਸੀਂ ਸੱਚੀ ਮੁੱਚੀ ਪੜ੍ਹ ਕੇ ਆਏ ਹੋ। ਉੱਥੇ ਉਸਨੇ ਜਿਹੜਾ ਹੈਗਾ ਉਸਨੇ ਉਸ ਸਾਈਕਲ ਦੇ ਵਿੱਚ ਆ ਜਾਣਾ, ਜਿਹੜਾ ਗਿਆਨ ਦਾ ਅੱਗੇ ਸਾਈਕਲ ਚੱਲਦਾ, ਜਿਸ ਦੇ ਵਿੱਚ ਉਹ ਸਮਝ ਲਓ ਕਿ ਇੱਕ ਅੜਚਨ ਵਰਗੀ ਚੀਜ਼ ਬਣ ਕੇ ਨਿਤਰੂਗਾ। ਮੈਨੂੰ ਲੱਗਦਾ ਕਿ ਸਾਨੂੰ ਇਸ ਗੱਲ ਤੋਂ ਉੱਪਰ ਉੱਠ ਕੇ ਵੀ ਆਪਣੇ ਪੰਜਾਬੀ ਨੌਜਵਾਨਾਂ ਬਾਰੇ ਸੋਚਣਾ ਚਾਹੀਦਾ। ਉਹ ਕਿਤੇ ਫਸੇ ਹੋਏ ਨੇ, ਉਹ ਕਿਸੇ ਮਜਬੂਰੀ ਕਰਕੇ ਉਹਨਾਂ ਥਾਵਾਂ ਤੇ ਪੜ੍ਹ ਰਹੇ ਨੇ, ਤਾਂ ਉਹਨਾਂ ਦੀ ਮਦਦ ਕਰਨ ਵਾਸਤੇ ਜਿਹੜਾ ਇਹ ਮਾਧਿਅਮ ਹੈ, ਇਹ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ। ਇਸ ਤੋਂ ਬਿਨਾਂ ਜੇ ਆਪਾਂ ਦੂਰ ਰਸ ਤਰੀਕੇ ਨਾਲ ਸੋਚੀਏ, ਮੰਨ ਲਓ ਇਹ ਚੀਜ਼ਾਂ ਇਸ ਤੋਂ ਅੱਗੇ ਇਹ ਕਿੰਨੀਆਂ ਕੁ ਸਾਡੇ ਅਧਿਆਪਨ ਦਾ ਹਿੱਸਾ ਰਹਿਣਗੀਆਂ, ਕਿੰਨੀਆਂ ਕੁ ਰਹਿਣਾ ਚਾਹੀਦੀਆਂ ਨੇ, ਮੈਨੂੰ ਇਹ ਲੱਗਦਾ ਕਿ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਜਿਸ ਵੱਲੋਂ ਅਸੀਂ ਅੱਖਾਂ ਮੀਟ ਸਕਦੇ ਹੋਈਏ। ਇਸ ਨੂੰ ਜੀਵਨ ਦੇ ਵਿੱਚ, ਇਸ ਨੂੰ ਅਸੀਂ ਅਧਿਆਪਨ ਦੇ ਵਿੱਚ ਅਪਣਾਉਣਾ ਹੀ ਪੈਣਾ ਹੈ। ਵਰਨਾ ਅਸੀਂ ਜਿਹੜੇ ਅਧਿਆਪਨ ਜਿਹੜਾ ਸਾਡਾ ਹੈਗਾ ਉਹ ਬਹੁਤ ਪ੍ਰਭਾਵਸ਼ਾਲੀ ਨਹੀਂ ਹੋਊਗਾ। ਇੱਕ ਮੁੱਦਾ ਇਹਦੇ ਨਾਲ ਇਹ ਵੀ ਜੁੜਿਆ ਹੋਇਆ ਕਿ ਜਦੋਂ ਅਸੀਂ ਹੁਣ ਜਮਾਤਾਂ ਪੜ੍ਹਾ ਰਹੇ ਹਾਂ ਤਾਂ ਜਮਾਤਾਂ ਦੇ ਵਿੱਚ ਅਸੀਂ ਪੰਜਾਬੀ ਵਿਭਾਗ ਦੇ ਵਿੱਚ 7 ਘੰਟੇ ਦਾ ਅਧਿਆਪਨ ਕਰਦੇ ਹਾਂ, ਤੇ ਉਸ ਅਧਿਆਪਨ ਤੋਂ ਬਾਅਦ ਵਿਦਿਆਰਥੀ ਦੇ ਕੋਲ ਕੋਈ ਜਿਹਨੂੰ ਸਵੈ ਅਧਿਐਨ ਕਹਿੰਦੇ ਨੇ, ਸੈਲਫ ਸਟੱਡੀ, ਉਸ ਦਾ ਕੋਈ ਸਮਾਂ ਨਹੀਂ ਬਚਦਾ। ਤੇ ਜਦੋਂ ਅਸੀਂ ਬਹੁਤ ਸਾਰੀ ਸਮੱਗਰੀ ਉਹਨੂੰ ਪਹਿਲਾਂ ਦਿੱਤੀ ਹੋਊਗੀ ਤਾਂ ਜਿਹੜੀਆਂ ਜਮਾਤਾਂ ਨੇ ਉਹ ਵੀ ਜ਼ਿਆਦਾ ਸੰਵਾਦੀ ਹੋ ਜਾਣਗੀਆਂ, ਜ਼ਿਆਦਾ ਇੰਟਰੈਕਟਿਵ ਹੋ ਜਾਣਗੀਆਂ। ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈਗੀ ਆ ਉਹ ਬਿਹਤਰ ਤਰੀਕੇ ਨਾਲ ਹੋ ਸਕਦੀ ਹੋਊਗੀ। ਇਹ ਵੀ ਕਿ ਉਹਨਾਂ ਦੇ ਕੋਲ ਇੱਕ ਤਰ੍ਹਾਂ ਦੀ ਸੁਤੰਤਰਤਾ ਵੀ ਹੋਊਗੀ ਕਿ ਜਿਹੜੀ ਸਮੱਗਰੀ ਅਸੀਂ ਉਪਲਬਧ ਕਰਾਈ ਹੋਈ ਹੈ ਉਹ ਸਮੱਗਰੀ ਉਹ ਆਪਣੀ ਮਰਜ਼ੀ ਦੇ ਮੁਤਾਬਕ ਕਦੇ ਨਾ ਕਦੇ ਉਸ ਨੂੰ ਦੇਖ ਸਕਦੇ ਹੋਣਗੇ। ਤਾਂ ਇੱਕ ਜਿਹੜਾ ਸਮਾਂ ਹੈਗਾ ਉਸ ਸਮੇਂ ਦੀ ਬਿਹਤਰ ਵਰਤੋਂ ਹੋ ਸਕਦੀ ਹੋਊਗੀ। ਬਹੁਤ ਸਾਰੀਆਂ ਦੁਨੀਆ ਦੇ ਵਿੱਚ ਯੂਨੀਵਰਸਿਟੀਆਂ ਨੇ ਜਿਹੜੀਆਂ ਬਹੁਤ ਉੱਚ ਪਾਏ ਦੀਆਂ ਯੂਨੀਵਰਸਿਟੀਆਂ ਨੇ, ਪਰ ਉਹ 'ਚ ਅਧਿਆਪਨ ਦਾ ਜਿਹੜਾ ਕਲਾਸਰੂਮ ਟੀਚਿੰਗ ਦਾ ਸਮਾਂ ਹੈਗਾ ਉਹ ਮੁਕਾਬਲਤਨ ਘੱਟ ਹੈ। ਤੇ ਅਧਿਆਪਕ ਜਿਹੜੇ ਹੈਗੇ ਨੇ ਉਹ ਵੀ ਆਪਣੇ ਅਧਿਐਨ ਦੇ ਵਾਸਤੇ ਵੱਧ ਸਮਾਂ ਗੁਜ਼ਰ ਬਸਰ ਕਰਦੇ ਨੇ ਉਹਦੇ ਤੇ ਕਹੀਏ ਕਿ ਵੱਧ ਸਮਾਂ ਬਿਤਾਉਂਦੇ ਨੇ ਇਸ ਕੰਮ ਲਈ। ਤੇ ਯੂਨੀਵਰਸਿਟੀਆਂ ਦੇ ਵਿੱਚ ਅਧਿਆਪਨ ਦਾ ਜਿਹੜਾ ਹੈਗਾ ਸਮਾਂ ਉਹ ਮੁਕਾਬਲਤਨ ਘੱਟ ਹੈ। ਹੁਣ ਇਸ ਨਾਲ ਜੁੜੀਆਂ ਹੋਈਆਂ ਜਿਹੜੀਆਂ ਅਗਲੀਆਂ ਕੰਪਲੀਕੇਸ਼ਨਸ ਬਣਦੀਆਂ ਨੇ, ਅਗਲੀਆਂ ਜਟਿਲਤਾਵਾਂ ਨੇ, ਤਾਂ ਕੀ ਸੱਚਮੁੱਚ ਅਧਿਆਪਨ ਦਾ ਜਿਹੜਾ ਬੋਝ ਆ ਉਹ ਘੱਟ ਜੂਗਾ? ਮੈਨੂੰ ਲੱਗਦਾ ਕਿ ਅਧਿਆਪਨ ਦਾ ਬੋਝ ਨਹੀਂ ਘਟੂਗਾ, ਸਗੋਂ ਅਧਿਆਪਨ ਦੇ ਜਿਹੜੇ ਕਲਾਸਰੂਮ ਟੀਚਿੰਗ ਦੇ ਘੰਟੇ ਨੇ ਉਹਨਾਂ ਦੇ ਵਿੱਚ ਲਾਜ਼ਮੀ ਤੌਰ ਤੇ ਕੁਝ ਕਮੀ ਆਊਗੀ, ਤੇ ਉਹ ਆਉਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਪਿਛਲੇ ਸਾਲਾਂ ਤੋਂ ਜਦੋਂ ਮੈਂ ਅਧਿਆਪਨ ਸ਼ੁਰੂ ਕੀਤਾ ਸੀ 1988 ਦੇ ਵਿੱਚ, ਉਦੋਂ ਤੋਂ ਲੈ ਕੇ ਹੁਣ ਤੱਕ ਹੌਲੀ ਹੌਲੀ UGC ਦੀਆਂ ਜਿਹੜੀਆਂ ਹੈਗੀਆਂ ਨੇ ਗਾਈਡਲਾਈਨਸ ਨੇ, ਤੇ ਜਿਹੜੇ ਅਧਿਆਪਕ ਦੀਆਂ ਕੰਡੀਸ਼ਨਸ ਨੇ, ਉਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਬਦਲਾਅ ਹੋਇਆ ਕਿ ਅਧਿਆਪਨ ਦੇ ਘੰਟੇ ਵਧਾਏ ਗਏ। ਪਹਿਲਾਂ ਇੰਨੇ ਘੰਟੇ ਅਧਿਆਪਨ ਦੇ ਨਹੀਂ ਸੀ ਹੁੰਦੇ। ਇੱਕ ਜਿਹੜਾ ਅੰਡਰ ਗ੍ਰੈਜੂਏਟ ਦਾ ਅਧਿਆਪਕ ਆ ਉਹ 16 ਘੰਟੇ ਪੜ੍ਹਾਉਂਦਾ ਸੀ,
ਤੇ ਜਿਹੜਾ ਯੂਨੀਵਰਸਿਟੀ ਦਾ ਅਧਿਆਪਕ ਹੈਗਾ ਉਹ 12 ਘੰਟੇ ਇੱਕ ਹਫ਼ਤੇ ਦੇ ਵਿੱਚ ਪੜ੍ਹਾਉਂਦਾ ਸੀ, ਤੇ ਪ੍ਰੋਫੈਸਰ ਜਿਹੜਾ ਹੈਗਾ ਉਹ 6 ਘੰਟੇ ਪੜ੍ਹਾਉਂਦਾ ਸੀ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਸ ਦੇ ਕੁੱਲ ਅਧਿਐਨ ਦੇ ਵਿੱਚ ਤੇ ਖੋਜ ਦੇ ਵਿੱਚ ਜਿਹੜਾ ਸਮਾਂ ਉਹ ਸਰਫ ਕਰ ਰਿਹਾ ਸੀਗਾ ਉਹ ਸਮਾਂ ਘਟ ਜਾਂਦਾ ਸੀ। ਇੱਕ ਅਧਿਆਪਕ 40 ਘੰਟੇ ਤੋਂ ਘੱਟ ਕੰਮ ਹਫ਼ਤੇ ਦੇ ਵਿੱਚ ਨਹੀਂ ਕਰਦਾ। ਉਹਦਾ ਅਧਿਆਪਨ ਦਾ ਸਮਾਂ 6 ਘੰਟੇ ਹੋਵੇ ਜਾਂ ਉਸਦਾ ਅਧਿਆਪਨ ਦਾ ਸਮਾਂ 12 ਘੰਟੇ ਹੋਵੇ ਜਾਂ 16 ਘੰਟੇ ਹੋਵੇ, ਪਰ ਉਸਨੇ ਆਪਣੀ ਜਿਹੜੀ ਸਮੱਗਰੀ ਹੁੰਦੀ ਹੈ ਉਸ ਸਮੱਗਰੀ ਦੀ ਤਿਆਰੀ ਕਰਨੀ ਹੁੰਦੀ ਹੈ, ਉਹ ਪੜ੍ਹਨਾ ਹੁੰਦਾ। ਉਹ ਘਰੇ ਬੈਠਾ ਵੀ ਅਧਿਆਪਕ ਹੀ ਹੁੰਦਾ। ਮੇਰੀ ਇੱਕ ਆਸਟ੍ਰੇਲੀਆ ਬੈਠੇ ਮੇਰੇ ਮਿੱਤਰ ਨਾਲ ਗੱਲ ਹੋਈ ਬਲਜੀਤ ਨਾਲ, ਤੇ ਉਹਨੂੰ ਮੈਂ ਦੱਸਿਆ ਕਿ ਮੈਂ ਹੁਣ ਵੀ ਆਪਣਾ ਕੰਮ ਹੀ ਕਰ ਰਿਹਾ ਛੁੱਟੀਆਂ ਦੇ ਵਿੱਚ। ਉਹ ਛੁੱਟੀਆਂ ਬਾਰੇ ਕਹਿ ਰਿਹਾ ਸੀਗਾ, ਛੁੱਟੀਆਂ ਹੋਈਆਂ ਨੇ, ਕੋਈ ਤਿਉਹਾਰ ਵਗੈਰਾ ਵਿੱਚ ਨਾਲ ਸ਼ਾਮਿਲ ਸੀ। ਮੈਂ ਕਿਹਾ ਵੀ ਸਾਡੇ ਵਾਸਤੇ ਕਦੇ ਵੀ ਕੋਈ ਛੁੱਟੀ ਨਹੀਂ ਹੁੰਦੀ, ਕਿਉਂਕਿ ਅਸੀਂ ਆਪਣੀ ਜਿਹੜੀ ਸਮੱਗਰੀ ਆ ਉਸ ਦੀ ਤਿਆਰੀ ਕਰ ਰਹੇ ਹੁੰਦੇ ਹਾਂ, ਪੜ੍ਹਾ ਰਹੇ ਹੁੰਦੇ ਹਾਂ, ਪੜ੍ਹ ਰਹੇ ਹੁੰਦੇ ਹਾਂ, ਖੋਜ ਕਰ ਰਹੇ ਹੁੰਦੇ ਹਾਂ, ਖੋਜ ਕਰਵਾ ਰਹੇ ਹੁੰਦੇ ਹਾਂ, ਜਿਹੜਾ ਖੋਜੀਆਂ ਦਾ ਕੰਮ ਕੀਤਾ ਉਸ ਦਾ ਵਿਸ਼ਲੇਸ਼ਣ ਕਰ ਰਹੇ ਹੁੰਦੇ ਹਾਂ, ਉਸ ਨੂੰ ਚੈੱਕ ਕਰ ਰਹੇ ਹੁੰਦੇ ਹਾਂ, ਉਹਨੂੰ ਦਰੁਸਤ ਕਰ ਰਹੇ ਹੁੰਦੇ ਹਾਂ। ਤੇ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ 2 ਘੰਟੇ ਜਾਂ 3 ਘੰਟੇ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਦੇਣ ਦੇ ਨਾਲ ਅਧਿਆਪਕ ਦਾ ਕੰਮ ਖਤਮ ਨਹੀਂ ਹੋ ਜਾਂਦਾ, ਕਿਉਂਕਿ ਉਸਨੇ ਬਹੁਤ ਜ਼ਿਆਦਾ ਵੱਡਾ ਸਮਾਂ ਉਸਨੇ ਆਪਣੇ ਅਧਿਆਪਨ ਦੀ ਤਿਆਰੀ ਦੇ ਵਾਸਤੇ ਬਿਤਾਉਣਾ ਹੁੰਦਾ ਜੇ ਉਹ ਸੱਚਮੁੱਚ ਅਧਿਆਪਕ ਹੈ ਨਾ। ਇਹ ਵੱਖਰੀ ਗੱਲ ਹੈ ਕਿ ਇਸ ਗੱਲ ਦੇ ਉੱਪਰ ਸਵਾਲ ਉੱਠ ਸਕਦਾ ਕਿ ਕੀ ਸਾਰੇ ਅਧਿਆਪਕ ਇਸ ਤਰ੍ਹਾਂ ਨਾਲ ਕਰਦੇ ਨੇ ਕਿ ਨਹੀਂ ਕਰਦੇ, ਪਰ ਜਿਹੜਾ ਸੱਚਮੁੱਚ ਅਧਿਆਪਕ ਹੈ, ਜਿਸ ਬਾਰੇ ਆਪਾਂ ਗੱਲ ਕਰ ਰਹੇ ਹਾਂ, ਜਿਸ ਬਾਰੇ ਸਾਡੀ ਫਿਕਰਮੰਦੀ ਹੈ, ਉਹ ਅਧਿਆਪਕ ਲੰਬਾ ਸਮਾਂ ਆਪਣੇ ਅਧਿਐਨ ਤੇ ਅਧਿਆਪਨ ਦੇ ਸਮੇਂ ਦੇ ਵਿੱਚ ਵੰਡਦਾ, ਤੇ ਅਧਿਆਪਨ ਦਾ ਹਿੱਸਾ ਮੁਕਾਬਲਤਨ ਉਸ ਦੇ ਅਧਿਐਨ ਦੇ ਹਿੱਸੇ ਨਾਲੋਂ ਛੋਟਾ ਹੁੰਦਾ। ਤਾਂ ਸਾਨੂੰ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੁਬਾਰਾ ਤੋਂ ਉੱਥੇ ਪਹੁੰਚਣ ਵਾਸਤੇ ਥੋੜ੍ਹੀ ਸਟਰਗਲ ਕਰਨੀ ਪੈ ਸਕਦੀ ਹੈ ਕਿ ਜਿਹੜਾ ਕਲਾਸਰੂਮ ਅਧਿਆਪਨ ਦਾ ਸਮਾਂ ਹੈਗਾ ਉਸ ਨੂੰ ਘਟਾਉਣਾ ਪਊਗਾ। ਜਿਵੇਂ ਦੁਨੀਆ ਦੇ ਵਿੱਚ ਤਕਨੀਕੀ ਤਰੱਕੀ ਹੋਣ ਤੋਂ ਬਾਅਦ ਹੁਣ ਜਿਹੜਾ ਕੰਮ ਦੇ ਘੰਟੇ 8 ਘੰਟੇ ਰੱਖੇ ਹੋਏ ਨੇ, ਉਹਨਾਂ 8 ਘੰਟਿਆਂ ਨੂੰ ਵੀ 6 ਘੰਟੇ ਤੱਕ ਲੈ ਕੇ ਜਾਣ ਦੇ ਵਾਸਤੇ ਸੰਘਰਸ਼ ਚੱਲ ਰਹੇ ਨੇ ਕਿ ਜਿਹੜਾ ਇਹ ਵਰਕਿੰਗ ਆਵਰਸ ਨੇ ਇਹ 6 ਘੰਟੇ ਹੋਣੇ ਚਾਹੀਦੇ ਨੇ। 8 ਘੰਟੇ ਕਈ ਸਾਲ ਪਹਿਲਾਂ ਇਹ ਜਿਹੜੀ ਦਾ ਪ੍ਰਬੰਧ ਬਣਾਇਆ ਸੀਗਾ, ਹੁਣ ਤਕਨੀਕੀ ਵਿਕਾਸ ਦੇ ਨਾਲ ਅਸੀਂ 6 ਘੰਟੇ ਕੰਮ ਕਰਕੇ ਵੀ ਅਸੀਂ ਫੁੱਲ ਟਾਈਮ ਜਿਹੜਾ ਹੈਗਾ ਉਸ ਨੂੰ ਨੌਕਰੀ ਮੰਨਣੀ ਚਾਹੀਦੀ ਹੈ, ਉਸ ਫੁੱਲ ਟਾਈਮ ਲੇਬਰ ਮੰਨਣੀ ਚਾਹੀਦੀ ਹੈ। ਉਸੇ ਤਰੀਕੇ ਨਾਲ ਜਿਹੜਾ ਅਧਿਆਪਨ ਹੈ ਉਸ ਦੇ ਵਿੱਚ ਤਕਨੀਕੀ ਯੁਗਤਾਂ ਦੀ ਵਰਤੋਂ ਦੇ ਨਾਲ ਅਧਿਆਪਨ ਦਾ ਜਿਹੜਾ ਸਮਾਂ ਹੈਗਾ ਉਹ ਮੁਕਾਬਲਤਨ ਉਸ ਨੂੰ ਘਟਾਇਆ ਜਾਣਾ ਚਾਹੀਦਾ। ਜਦੋਂ ਘਟਾਵਾਂਗੇ ਤਾਂ ਬਹੁਤ ਸਾਰੇ ਹੋਰ ਅਧਿਆਪਕ ਇਸ ਦੇ ਵਾਸਤੇ ਉਸ ਸਮਾਂ ਜਿਹੜਾ ਵੱਧਦਾ ਹੈਗਾ ਸਮਾਂ ਉਸ ਦੇ ਵਿੱਚ ਬਹੁਤ ਸਾਰੇ ਅਧਿਆਪਕਾਂ ਦੇ ਸਗੋਂ ਤੇ ਲੋੜ ਪਊਗੀ। ਜਿਵੇਂ ਜੇ ਅੱਜ 6 ਘੰਟੇ ਦਾ ਸਮਾਂ ਹੈਗਾ, ਕੁੱਲ 8 ਘੰਟੇ ਦਾ ਸਮਾਂ ਹੈ, ਤਾਂ ਉਹਦੇ ਵਾਸਤੇ ਜੇ 6 ਘੰਟੇ ਹੋ ਜਾਂਦੇ ਨੇ ਤੇ ਬਹੁਤ ਸਾਰੇ ਹੋਰ ਕਿਰਤੀ ਜਿਹੜੇ ਹੈਗੇ ਨੇ ਉਹਨਾਂ ਦੀ ਜ਼ਰੂਰਤ ਪਊਗੀ, ਲੇਬਰ ਫੋਰਸ ਦੀ ਲੋੜ ਪਊਗੀ ਉਸ ਕੰਮ ਨੂੰ ਕਰਨ ਵਾਸਤੇ, ਜੇ ਅਸੀਂ ਸਮਾਂ ਸੀਮਾ ਜਿਹੜੀ ਹੈਗੀ 6 ਘੰਟੇ ਤੱਕ ਲੈ ਜਾਂਦੇ ਹਾਂ। ਤੇ ਇਸ ਤਰੀਕੇ ਨਾਲ ਜੇ ਅਸੀਂ ਸਮਾਂ ਸੀਮਾ ਜਿਹੜੀ ਅਧਿਆਪਨ ਦੀ ਸਮਾਂ ਸੀਮਾ ਹੈਗਾ ਉਸ ਨੂੰ ਘਟਾਵਾਂਗੇ ਤਾਂ ਉਹਦੇ ਵਿੱਚ ਬਹੁਤ ਸਾਰੇ ਹੋਰ ਅਧਿਆਪਕ ਸ਼ਾਮਿਲ ਹੋ ਸਕਦੇ ਹੋਣਗੇ। ਇਸ ਤਰ੍ਹਾਂ ਦੀ ਜਿਹੜੀ ਸਟਰਗਲ ਹੈ ਜਿਹੜੇ ਅਧਿਆਪਕ ਜਥੇਬੰਦੀਆਂ ਨੂੰ ਉਸ ਪਾਸੇ ਵੱਲ ਜਾਣਾ ਪਊਗਾ ਕਿ ਤਕਨੀਕੀ ਯੁਗਤਾਂ ਦੀ ਵਰਤੋਂ ਕਰਨੀ ਲਾਜ਼ਮੀ ਹੈ, ਉਸ ਤੋਂ ਬਿਨਾਂ ਅਸੀਂ ਗੁਜ਼ਾਰਾ ਨਹੀਂ ਕਰ ਸਕਦੇ, ਤੇ ਇਸ ਨੂੰ ਆਪਣੇ ਅਧਿਆਪਨ ਦਾ ਹਿੱਸਾ ਬਣਾ ਕੇ ਅਸੀਂ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ। ਤੇ ਵਿਦਿਆਰਥੀ ਨੂੰ ਇਸ ਦੇ ਵਿੱਚ ਮੁਕਾਬਲਤਨ ਖੁੱਲ੍ਹ ਮਿਲ ਸਕਦੀ ਹੈ ਕਿ ਉਹ ਜਦੋਂ ਚੀਜ਼ ਚਾਹੇ ਆਪਣੇ ਉਸ ਸਮੱਗਰੀ ਨੂੰ ਪੜ੍ਹ ਸਕਦਾ, ਕਿਉਂਕਿ ਕਲਾਸ ਦੇ ਵਿੱਚ ਤੁਸੀਂ ਲੈਕਚਰ ਦੇ ਦਿੱਤਾ ਤਾਂ ਵਿਦਿਆਰਥੀ ਨੇ ਉਹ ਸੁਣ ਲਿਆ, ਉਸਨੇ ਕੁਝ ਨੋਟਸ ਲੈ ਲਏ, ਕੁਝ ਉਹਦੇ ਵਿੱਚੋਂ ਪੜ੍ਹਾਉਂਦੇ ਹੋਏ ਬਹੁਤ ਸਾਰਾ ਕੁਝ ਇੱਕ ਚੰਗੇ ਤੋਂ ਚੰਗੇ ਤੇਜ਼ ਤਰਾਰ ਵਿਦਿਆਰਥੀ ਤੋਂ ਵੀ ਕੁਛ ਨਾ ਕੁਛ ਰਹਿ ਜਾਂਦਾ ਜਿਹੜਾ ਕਿ ਉਸ ਲੈਕਚਰ ਦੇ ਵਿੱਚ ਹੁੰਦਾ ਹੈ। ਪਰ ਜੇ ਉਹਦੇ ਕੋਲ ਉਹ ਸਾਰਾ ਲੈਕਚਰ ਕਿਤੇ ਮੌਜੂਦ ਹੈ, ਵਿਜ਼ੂਅਲ ਫਾਰਮ ਦੇ ਵਿੱਚ ਮੌਜੂਦ ਹੈ, ਉਸ ਦੇ ਕੋਲ ਉਹਦੀ ਆਡੀਓ ਪਈ ਹੈ, ਤਾਂ ਉਸ ਆਡੀਓ ਨੂੰ ਦੁਬਾਰਾ ਸੁਣ ਕੇ ਉਹ ਆਪਣੀ ਜਿਹੜੀ ਹੈਗੀ ਆ ਜਿਹੜੇ ਕੋਈ ਕਨਫਿਊਜ਼ਨ ਨੇ ਜਾਂ ਜਿਹੜੀ ਕੋਈ ਉਹਦੇ ਗੱਲ ਸਮਝ ਨਹੀਂ ਆਈ ਹੋਈ ਉਸ ਨੂੰ ਸਮਝ ਸਕਦਾ। ਇਸ ਤਰ੍ਹਾਂ ਦੀ ਸੁਤੰਤਰਤਾ ਵਿਦਿਆਰਥੀ ਨੂੰ ਵੀ ਮਿਲਦੀ ਹੈ। ਮੈਨੂੰ ਲੱਗਦਾ ਕਿ ਜਿਹੜਾ ਇਹ ਅਸੀਂ ਕੰਮ ਸ਼ੁਰੂ ਕੀਤਾ ਹੈ ਆਨਲਾਈਨ ਤੇ YouTube ਦੇ ਰਾਹੀਂ ਜਿਹੜੀ ਪਾਠ ਸਮੱਗਰੀ ਹੈ ਉਸ ਨੂੰ ਅਪਲੋਡ ਕਰਨ ਦਾ, ਵਿਦਿਆਰਥੀਆਂ ਤੱਕ ਪਹੁੰਚਾਉਣ ਦਾ, ਇਸ ਕੰਮ ਨੂੰ ਅਸੀਂ ਕਰੋਨਾ ਵਾਇਰਸ ਦੀਆਂ ਰੋਕਾਂ ਜਿਹੜੀਆਂ ਨੇ, ਕਰੋਨਾ ਵਾਇਰਸ ਨੂੰ ਤੋਂ ਬਚਣ ਵਾਸਤੇ ਜਿਹੜੀਆਂ ਰੋਕਾਂ ਲੱਗੀਆਂ ਹੋਈਆਂ ਨੇ, ਇਹਨਾਂ ਨੂੰ ਇਹ ਰੋਕਾਂ ਖਤਮ ਹੋ ਜਾਣ ਤੋਂ ਬਾਅਦ ਵੀ ਅਸੀਂ ਇਸ ਕੰਮ ਨੂੰ ਜਾਰੀ ਰੱਖਾਂਗੇ। ਤੇ ਮੈਂ ਇਹ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰ ਰਿਹਾ, ਹੋ ਸਕਦਾ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਨਾ ਹੋਵੋ। ਮੈਂ ਇਸ ਨੂੰ ਇੱਕ ਸੰਵਾਦ ਦੇ ਰੂਪ ਦੇ ਵਿੱਚ ਅੱਗੇ ਲੈ ਕੇ ਆਉਣਾ ਚਾਹੁੰਦਾ ਕਿ ਆਪਾਂ ਇਸ ਗੱਲ ਦੇ ਉੱਪਰ ਸੰਵਾਦ ਕਰੀਏ ਕਿ ਕੀ ਸੱਚਮੁੱਚ ਜਿਹੜੀ ਇਹ ਆਨਲਾਈਨ ਟੀਚਿੰਗ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਦੀ ਵਰਤੋਂ ਅਧਿਆਪਨ ਦੇ ਵਿੱਚ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਕੀ ਸੱਚਮੁੱਚ ਇਹਨਾਂ ਦੇ ਵਰਤੋਂ ਦੇ ਵਿੱਚ ਆਉਣ ਦੇ ਨਾਲ ਅਧਿਆਪਨ ਦੀਆਂ ਜਿਹੜੀਆਂ ਅਸਾਮੀਆਂ ਨੇ ਉਹਨਾਂ ਦੇ ਵਿੱਚ ਕਮੀ ਆਊਗੀ, ਜਾਂ ਕੀ ਜਿਹੜਾ ਇਸ ਦੇ ਨਾਲ ਬੇਰੁਜ਼ਗਾਰੀ ਦੇ ਵਿੱਚ ਵਾਧਾ ਹੋਊਗਾ, ਜਾਂ ਕੀ ਜਿਹੜਾ ਅਧਿਆਪਨ ਦਾ ਜਿਹੜਾ ਇਹ ਤੌਰ ਤਰੀਕਾ ਹੈਗਾ ਇਸ
ਦੇ ਦੀ ਜਿਹੜੀ ਪ੍ਰਭਾਵਸ਼ੀਲਤਾ ਹੈਗੀ ਉਹ ਘੱਟ ਹੈ, ਜਾਂ ਇਹਦੇ ਵਿੱਚ ਚੰਗੇ ਤਰੀਕੇ ਨਾਲ ਚੀਜ਼ਾਂ ਨਹੀਂ ਹੋ ਸਕਦੀਆਂ ਜਿਹੜੀਆਂ ਕਲਾਸਰੂਮ ਅਧਿਆਪਨ ਦੇ ਵਿੱਚ ਹੋ ਸਕਦੀਆਂ ਨੇ। ਇਹ ਕੁਝ ਮੁੱਦੇ ਨੇ ਜਿਹੜੇ ਮੈਂ ਚਾਹੂੰਗਾ ਕਿ ਤੁਸੀਂ ਇਸ ਦੇ ਵਿੱਚ ਬਾਰੇ ਹੁੰਗਾਰਾ ਦਿਓ। ਤੁਸੀਂ ਇਸ ਮੇਰੀਆਂ ਕਹੀਆਂ ਹੋਈਆਂ ਗੱਲਾਂ, ਕਿਉਂਕਿ ਇਹ ਪਹਿਲੇ ਪ੍ਰਭਾਵ ਨੇ, ਇਹਨਾਂ ਨੂੰ ਇੰਨ ਬਿੰਨ ਮੰਨਣ ਦੀ ਬਜਾਏ ਇਹ ਇੱਕ ਤਰ੍ਹਾਂ ਦਾ ਬਹਿਸ ਵਾਸਤੇ ਸਮੱਗਰੀ ਹੈ ਕਿ ਤੁਸੀਂ ਇਸ ਦੇ ਬਾਰੇ ਗੱਲਬਾਤ ਕਰ ਸਕਦੇ ਹੋ। ਇਹ ਅਸੀਂ ਚਾਹਾਂਗੇ, ਤੇ ਇਹ ਵੀ ਚਾਹਾਂਗੇ ਕਿ ਇਸ ਬਾਰੇ ਸਾਨੂੰ ਦੱਸਿਆ ਜਾਵੇ ਵਿਭਾਗ ਨੂੰ, ਪੰਜਾਬੀ ਵਿਭਾਗ ਨੂੰ ਵਿਸ਼ੇਸ਼ ਕਰਕੇ, ਪੰਜਾਬੀ ਯੂਨੀਵਰਸਿਟੀ ਨੂੰ, ਕਿ ਉਸ ਨੂੰ ਤੇ ਪੰਜਾਬੀ ਹੀ ਨਹੀਂ, ਜਿਹੜੇ ਅਧਿਆਪਨ ਸਿੱਖਿਆ ਦੇ ਨਾਲ ਜੁੜੇ ਹੋਏ ਸਭ ਲੋਕ ਨੇ, ਉਹਨਾਂ ਨੂੰ ਇੱਕ ਤਰ੍ਹਾਂ ਦੇ ਜਿਹੜੀ ਜਨਤਕ ਤੌਰ 'ਤੇ ਫੀਡਬੈਕ ਮਿਲੇ ਕਿ ਸਾਨੂੰ ਇਹ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਇਸ ਦਾ ਮਹੱਤਵ ਕੀ ਹੈ, ਕਰੋਨਾ ਦੇ ਸਮੇਂ ਦੇ ਵਿੱਚ ਇਸ ਨੂੰ ਕਰਨ ਦਾ ਕੀ ਮਹੱਤਵ ਹੈ, ਇਸ ਤੋਂ ਬਾਅਦ ਇਸ ਨੂੰ ਜਾਰੀ ਰੱਖਣ ਦੀ ਕੀ ਲੋੜ ਹੈ ਵੀ ਕਿ ਨਹੀਂ ਹੈ। ਇਹਨਾਂ ਗੱਲਾਂ ਬਾਰੇ ਮੈਂ ਤੁਹਾਡੇ ਸਾਰਿਆਂ ਦੇ ਜਿਹੜੇ ਹੁੰਗਾਰੇ ਨੇ ਉਹਨਾਂ ਦੀ ਇੰਤਜ਼ਾਰ ਕਰੂੰਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।